ज्ञान ध्यान किछ कर्म न जाना, सार न जाना तेरी, सब ते वड्डा सतगुर नानक, जिन कल राखी मेरी। गुरु साहिबान ਦੀ पावन पवित्र हजूरी ਵਿੱਚ जुड़ बैठी गुरु प्यारी साध संगत जी, गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। बाबा देखे ध्यान तर, जलती सब पृथ्वी दिसाई, बाजो गुरु गुबार है कर दी सुनी लुकाई। बाबे पेख बढ़ाया, उदासी की रीत चलाई, चढ़िया सोधन धरत लुकाई। तन तन श्री गुरु नानक देव पातशाहियां ने संसार ਦੇ ਭਲੇ ਵਾਸਤੇ ਬਹੁਤ ਲੰਬਾ ਸਫ਼ਰ ਯਾਤਰਾ ਜਾਂ ਜਿਹਨੂੰ ਅਸੀਂ ਉਦਾਸੀ ਵੀ ਕਹਿੰਦੇ ਹਾਂ ਉਸ ਦੇ ਰੂਪ ਵਿੱਚ ਤੈਅ ਕੀਤਾ। ਸਤਿਗੁਰਾਂ ਜੀ ਨੇ ਪਹਿਲੀ ਯਾਤਰਾ ਜੋ ਲਗਭਗ 6862 ਮੀਲ ਦਾ ਸਫ਼ਰ ਸੀ 3015 ਦਿਨਾਂ ਵਿੱਚ ਜੋ ਲਗਭਗ 8.25 ਸਾਲ ਹੁੰਦੇ ਹਨ ਉਹਦੇ ਵਿੱਚ ਪੂਰਾ ਕੀਤਾ। ਮਹਾਰਾਜ ਜੀ ਹਰ ਰੋਜ਼ 2 ਤੋਂ 3 ਮੀਲ ਦਾ ਸਫ਼ਰ ਤੈਅ ਕਰਦੇ ਸਨ। पहली यात्रा सतगुरा जी ने 30 अगस्त 1507 ਨੂੰ शुरू की थी ਤੇ 1515 ਵਿੱਚ ਜਾ ਕੇ ਸਮਾਪਤੀ ਕੀਤੀ। ਪਹਿਲੀ ਯਾਤਰਾ ਦਾ ਸਫ਼ਰ ਸਤਗੁਰਾ ਜੀ ਨੇ ਸੁਲਤਾਨਪੁਰ ਤੋਂ ਸ਼ੁਰੂ ਕਰਦੇ ਹਨ। ਸੁਲਤਾਨਪੁਰ ਤੋਂ ਗੁਰੂ ਜੀ ਲਾਹੌਰ ਪਹਿਲਾਂ ਪਹੁੰਚੇ। ਲਾਹੌਰ ਵਿੱਚ ਇੱਕ ਧਨਾਢ ਸੇਠ ਦੁਨੀ ਚੰਦ ਰਹਿੰਦਾ ਸੀ ਜੋ ਹਰ ਸਾਲ ਆਪਣੇ ਪਿਤਾ ਜੀ ਦਾ ਸ਼ਰਾਧ ਕਰਿਆ ਕਰਦਾ ਸੀ। ਉਸ ਨੂੰ ਮਿਲ ਕੇ ਮਹਾਰਾਜ ਜੀ ਨੇ ਪਹਿਲਾ ਉਪਦੇਸ਼ ਇਹ ਦਿੱਤਾ, ਜੋ ਜੀਵ ਸੰਸਾਰ ਵਿੱਚੋਂ ਚਲਾ ਗਿਆ ਹੈ ਉਸ ਨੂੰ ਤੁਹਾਡੇ ਦਿੱਤੇ ਹੋਏ ਪ੍ਰਸ਼ਾਦ ਨਹੀਂ ਪਹੁੰਚਣਗੇ। ਦੂਜਾ ਉਪਦੇਸ਼ ਉਹਨਾਂ ਨੇ ਸੂਈ ਦੇ ਕੇ ਸੁਣਾਇਆ ਸੀ, ਜੇ ਰੱਬ ਦੀ ਦਰਗਾਹ ਵਿੱਚ ਇੱਕ ਇਹ ਸੂਈ ਵੀ ਨਹੀਂ ਪਹੁੰਚ ਸਕਦੀ ਤੇ ਸਾਡੀ ਇਹ ਪਾਪਾਂ ਨਾਲ ਇਕੱਠੀ ਕੀਤੀ ਹੋਈ ਜੋ ਕਮਾਈ ਹੈ ਉਹ ਕਿੱਸਾ ਜਾਏਗੀ। ਜੇ ਕੁਝ ਸਾਡੇ ਨਾਲ ਜਾਣਗੇ ਉਹ ਸਿਰਫ ਸਾਡੇ ਚੰਗੇ ਅਤੇ ਮਾੜੇ ਕਰਮ ਜਾਣਗੇ। ਫਿਰ ਉਹ ਮਹਾਰਾਜ ਜੀ ਦਾ ਉਪਦੇਸ਼ ਲੈ ਕੇ ਉਹਨਾਂ ਦਾ ਸਿੱਖ ਬਣ ਗਿਆ ਸੀ। ਮਹਾਰਾਜ ਜੀ ਲਾਹੌਰ ਤੋਂ ਫਿਰ ਤਲਵੰਡੀ ਆਏ। ਉੱਥੇ ਆਪਣੇ ਮਾਤਾ ਪਿਤਾ ਨੂੰ ਮਿਲ ਕੇ ਬਾਬਾ ਜੀ ਅਹਿਮਦਾਬਾਦ ਪਹੁੰਚੇ, ਜਿੱਥੇ ਬਾਬਾ ਜੀ ਨੇ ਭਾਈ ਲਾਲੋ ਜੀ ਦੇ ਘਰ ਟਿਕਾਣਾ ਕੀਤਾ। ਇੱਥੇ ਹੀ ਮਲਕ ਭਾਗੋ ਦੀ ਪਾਪ ਦੀ ਕਮਾਈ ਦੇ ਪੂੜੇ ਨਹੀਂ ਖਾਦੇ। ਉਹਨਾਂ ਨੇ ਸੱਚੀ ਤੇ ਸੁੱਚੀ ਕਿਰਤ ਕਰਨ ਵਾਲੇ ਭਾਈ ਲਾਲੋ ਜੀ ਦੀ ਕੋਦਰੀ ਦੀ ਰੋਟੀ ਖਾਂਦੀ। ਅਹਿਮਦਾਬਾਦ ਤੋਂ ਮਹਾਰਾਜ ਜੀ ਵਿਸਾਖੀ ਦੇ ਪੁਰਬ ਸਮੇਂ ਹਰਿਦੁਆਰ ਪਹੁੰਚੇ, ਜਿੱਥੇ ਲੋਕੀ ਗੰਗਾ ਦੇ ਵਿੱਚ ਸੂਰਜ ਨੂੰ ਪਾਣੀ ਦੇ ਕੇ ਆਪਣੇ ਪਿਤਰਾਂ ਦੀ ਤ੍ਰਿਪਤੀ ਕਰ ਰਹੇ ਸਨ। ਤੇ ਮਹਾਰਾਜ ਜੀ ਨੇ ਗੰਗਾ ਵਿੱਚ ਜਾ ਕੇ ਛੜਦੇ ਦੀ ਬਜਾਏ ਥੱਲੇ ਦੀ ਥਾਂ ਤੇ ਉਹਨਾਂ ਨੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ। ਸਾਰੇ ਲੋਕੀ ਇਕੱਠੇ ਹੋ ਗਏ ਤੇ ਕਹਿਣ ਲੱਗੇ, ਤੁਸੀਂ ਇਹ ਕੀ ਕਰ ਰਹੇ ਹੋ? ਗੁਰੂ ਸਾਹਿਬ ਜੀ ਕਹਿੰਦੇ, ਮੇਰੇ ਖੇਤ ਲਾਹੌਰ ਵਿੱਚ ਹਨ, ਮੈਂ ਉੱਥੇ ਪਹੁੰਚ ਨਹੀਂ ਸਕਦਾ, ਲੇਕਿਨ ਉਹ ਸੁੱਕ ਜਾਣਗੇ, ਮੈਂ ਉਹਨਾਂ ਨੂੰ ਪਾਣੀ ਦੇ ਰਿਹਾ ਹਾਂ। ਸਾਰੇ ਲੋਕੀ ਹੱਸਣ ਲੱਗ ਗਏ, ਕਹਿਣ ਲੱਗੇ, ਇੰਨੀ ਦੂਰ ਤੁਹਾਡੇ ਖੇਤਾਂ 'ਚ ਪਾਣੀ ਕਿਸ ਤਰ੍ਹਾਂ ਪਹੁੰਚੇਗਾ? ਤਾਂ ਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤਾ, ਜਿਸ ਤਰ੍ਹਾਂ ਤੁਹਾਡੇ ਕੋਲ ਤੁਸੀਂ ਪਾਣੀ ਪਾ ਰਹੇ ਹੋ ਸੂਰਜ ਨੂੰ ਜੋ ਕਰੋੜਾਂ ਮੀਲ ਦੂਰ ਹੈ, ਜੇ ਉੱਥੇ ਉਹ ਪਾਣੀ ਪਹੁੰਚ ਸਕਦਾ ਹੈ, ਮੇਰੇ ਖੇਤ ਤਾਂ ਕੁਝ ਦੂਰ ਹੀ ਦੂਰ ਹਨ, ਕੁਝ ਮੀਲ ਦੀ ਦੂਰੀ ਤੇ ਹਨ, ਤੇ ਉੱਥੇ ਵੀ ਜ਼ਰੂਰ ਪਾਣੀ ਪਹੁੰਚ ਜਾਏਗਾ। ਤੇ ਮਹਾਰਾਜ ਜੀ ਦੇ ਕਹਿਣ ਦਾ ਭਾਵ ਇਹ ਸੀਗਾ, ਜੇ ਤੁਸੀਂ ਆਪਣੇ ਪਿਤਰਾਂ ਦਾ ਉਦਾਰ ਕਰਨਾ ਚਾਹੁੰਦੇ ਹੋ ਤਾਂ ਨਾਮ ਜਪਣਾ ਚਾਹੀਦਾ ਹੈ। ਉਸ ਨਾਲ ਹੀ ਸਾਡੇ ਪਿਤਰਾਂ ਦਾ ਉਦਾਰ ਹੋ ਸਕਦਾ ਹੈ। ਜਿਸ ਸਿਮਰਤ ਸਭ ਕਿਲ ਵਿਖ ਨਾਸੇ, ਪਿਤਰੀ ਹੋਏ ਉਧਾਰੋ। ਫਿਰ ਹਰਿਦੁਆਰ ਤੋਂ ਮਹਾਰਾਜ ਸਾਹਿਬ ਗੋਰਖਮਤੇ ਗਏ, ਜਿੱਥੇ ਮਹਾਰਾਜ ਜੀ ਦੀਆਂ ਚਰਚਾ ਗੋਰਖਨਾਥ ਅਤੇ ਉਹਨਾਂ ਦੇ ਚੇਲਿਆਂ ਨਾਲ ਹੋਈ। ਉਸ ਥਾਂ ਦਾ ਨਾਂ ਅੱਜਕੱਲ ਨਾਨਕਮਤਾ ਹੈ। ਗੋਰਖਮਤ ਤੋਂ ਮਹਾਰਾਜ ਜੰਗਲ ਦਾ ਸਫ਼ਰ ਕਰਦੇ ਗਏ। ਇਸ ਇਲਾਕੇ ਵਿੱਚ ਰੀਠਿਆਂ ਦਾ ਵੀ ਇੱਕ ਜੰਗਲ ਸੀ। ਇੱਕ ਥਾਂ ਰੀਠੇ ਦੇ ਬਿਰਖ ਥੱਲੇ ਬੈਠ ਕੇ ਗੁਰੂ ਸਾਹਿਬਾਂ ਨੇ ਸਿੱਧਾਂ ਨਾਲ ਚਰਚਾ ਕੀਤੀ। ਜਿਸ ਰੀਠੇ ਦੇ ਬਿਰਖ ਥੱਲੇ ਮਹਾਰਾਜ ਜੀ ਬੈਠੇ ਸਨ, ਉਸ ਰੀਠਿਆਂ ਨੂੰ ਉਹਨਾਂ ਨੇ ਮਿੱਠਾ ਕਰਕੇ ਦਿਖਾਇਆ। ਉਸ ਅਸਥਾਨ ਨੂੰ ਅਸੀਂ ਰੀਠਾ ਸਾਹਿਬ ਕਹਿੰਦੇ ਹਾਂ। ਫਿਰ ਰੀਠਾ ਸਾਹਿਬ ਤੋਂ ਮਹਾਰਾਜ ਪਹਿਲੇ ਅਯੋਧਿਆ ਫਿਰ ਪ੍ਰਯਾਗ ਗਏ। ਅਯੋਧਿਆ ਅਤੇ ਪ੍ਰਯਾਗ ਵਿੱਚ ਮਹਾਰਾਜ ਜੀ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ ਤੇ ਸਾਨੂੰ ਸਿਮਰਨ ਕਰਨ ਦਾ ਉਪਦੇਸ਼ ਦਿੱਤਾ।
ਪ੍ਰਯਾਗ ਦਾ ਨਾਮ ਮੁਗਲਾਂ ਨੇ ਇਲਾਹਾਬਾਦ ਰੱਖ ਦਿੱਤਾ ਸੀ। ਪ੍ਰਯਾਗ ਤੋਂ ਬਾਅਦ ਮਹਾਰਾਜ ਬਨਾਰਸ ਗਏ। ਬਨਾਰਸ ਦਾ ਦੂਜਾ ਨਾਂ ਕਾਸ਼ੀ ਹੈ, ਜਿਹਨੂੰ ਅਸੀਂ ਸ਼ਿਵ ਨਗਰੀ ਵੀ ਕਹਿੰਦੇ ਹਾਂ ਅਤੇ ਸਾਡੇ ਹਿੰਦੂ ਵੀਰਾਂ ਦੀ 7 ਪੁਰੀਆਂ ਚੋਂ ਇੱਕ ਪੁਰੀ ਹੈ। ਇੱਥੇ ਵੀ ਮਹਾਰਾਜ ਜੀ ਨੇ ਪੱਥਰ ਦੀ ਪੂਜਾ ਦਾ ਖੰਡਨ ਕੀਤਾ ਅਤੇ ਇੱਕ ਪਰਮਾਤਮਾ ਦੇ ਸਿਮਰਨ ਨਾਲ ਸਾਨੂੰ ਜੋੜਿਆ। ਗੁਰੂ ਸਾਹਿਬਾਂ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਗੁਰੂ ਕਾ ਬਾਗ ਹੈ। ਇੱਥੇ ਪੰਡਿਤ ਚਤੁਰਦਾਸ ਅਤੇ ਹੋਰ ਕਈ ਬ੍ਰਾਹਮਣਾਂ ਨਾਲ ਬਾਬਾ ਜੀ ਦੀ ਵਿਚਾਰ ਹੋਈ ਸੀ। ਇਸੇ ਧਰਤੀ ਤੋਂ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਰਾਮਾਨੰਦ ਜੀ, ਭਗਤ ਸੈਨ ਜੀ, ਭਗਤ ਪੀਪਾ ਜੀ, ਇਹਨਾਂ ਦੀਆਂ ਬਾਣੀ ਸਤਿਗੁਰਾਂ ਸਾਹਿਬ ਜੀ ਨੂੰ ਪ੍ਰਾਪਤ ਹੋਈਆਂ ਸਨ। ਇਹਨਾਂ ਭਗਤਾਂ ਦੇ ਗੁਰੂ ਬਾਬਾ ਰਾਮਾਨੰਦ ਜੀ ਸਨ, ਜੋ ਕਿ ਇੱਕ ਬ੍ਰਾਹਮਣ ਸਨ। ਫਿਰ ਇਸ ਤੋਂ ਬਾਅਦ ਬਾਬਾ ਜੀ ਬਨਾਰਸ ਤੋਂ ਗਿਆ ਪਹੁੰਚੇ, ਜੋ ਬਿਹਾਰ ਪ੍ਰਾਂਤ ਵਿੱਚ ਹੈ। ਇਹ ਹਿੰਦੂਆਂ ਵੀਰਾਂ ਦੀ ਅੰਤਿਮ ਪੁਰੀ ਹੈ। ਇੱਥੋਂ ਸਤਿਗੁਰੂ ਜੀ ਕਾਮਰੂਪ ਗਏ, ਜਿਸ ਨੂੰ ਅਸੀਂ ਆਸਾਮ ਕਹਿੰਦੇ ਹਾਂ। ਭੂਟਾਨ ਦੇ ਸਰਹੱਦ ਉੱਤੇ ਕਾਮਰੂਪ ਇੱਕ ਜ਼ਿਲ੍ਹਾ ਹੈ, ਜਿੱਥੇ ਕਾਮਖਿਆ ਦੇਵੀ ਇਹਨਾਂ ਦਾ ਮੰਦਿਰ ਹੈ। ਇਸ ਦਾ ਪ੍ਰਧਾਨ ਨਗਰ ਗੁਹਾਟੀ ਹੈ। ਇੱਥੇ ਮਹਾਰਾਜ ਜੀ ਨੇ ਵਿਸ਼ੇ ਵਿਕਾਰਾਂ ਅਤੇ ਨਸ਼ਿਆਂ ਤੋਂ ਰੋਕ ਕੇ ਸਾਨੂੰ ਇੱਕ ਸਿਮਰਨ ਕਰਨ ਦਾ ਉਪਦੇਸ਼ ਦਿੱਤਾ। ਫਿਰ ਇਸ ਤੋਂ ਬਾਅਦ ਮਹਾਰਾਜ ਜੀ ਬੰਗਾਲ ਵੱਲ ਉਹਨਾਂ ਨੇ ਜਾਣਾ ਕੀਤਾ। ਬੰਗਾਲ ਦੇ ਪੂਰਬੀ ਦੇਸ਼ਾਂ ਵਿੱਚ ਢਾਕਾ ਹੈ, ਜਿੱਥੇ ਉਹਨਾਂ ਨੂੰ ਭਗਤ ਜੈਦੇਵ ਜੀ ਦੀ ਬਾਣੀ ਪ੍ਰਾਪਤ ਹੋਈ। ਬੰਗਾਲ ਵਿੱਚ ਲੋਕੀ ਦੁਰਗਾ ਦੀ ਬਹੁਤ ਪੂਜਾ ਕਰਦੇ ਸਨ, ਨਾਲੇ ਚੋਟੇ ਦੀ ਬਲੀ ਦਿੰਦੇ ਸਨ। ਇਹਨਾਂ ਨੂੰ ਵੀ ਮਹਾਰਾਜ ਜੀ ਨੇ ਸੱਚ ਦੇ ਮਾਰਗ ਚੱਲਣ ਲਈ ਪ੍ਰੇਰਿਤ ਕੀਤਾ। ਬੰਗਾਲ ਤੋਂ ਫਿਰ ਮਹਾਰਾਜ ਜੀ 1510 ਈਸਵੀ ਵਿੱਚ ਜਗਨਨਾਥਪੁਰੀ ਪਹੁੰਚੇ। ਇਹ ਵੀ ਸਾਡੇ ਹਿੰਦੂ ਵੀਰਾਂ ਦੀ ਇੱਕ ਪੁਰੀ ਹੈ। ਇੱਥੇ ਮਹਾਰਾਜ ਜੀ ਨੇ ਗगन में थाल राव चंद दीपक बने तारका मंडल जनक मोती ਆਰਤੀ ਦਾ ਉਚਾਰਨ ਕੀਤਾ ਅਤੇ ਸਾਨੂੰ ਸਾਰਿਆਂ ਨੂੰ ਪਰਮਾਤਮਾ ਦੀ ਸੱਚੀ ਆਰਤੀ ਕਰਨ ਦਾ ਉਪਦੇਸ਼ ਦਿੱਤਾ। ਇੱਥੇ ਹੀ ਕਲਯੁਗ ਨਾਮੀ ਇੱਕ ਪੰਡਿਤ ਦਾ ਪਖੰਡ ਉਹਨਾਂ ਨੇ ਦੂਰ ਕੀਤਾ, ਜੋ ਲੋਕਾਂ ਨੂੰ ਕਹਿੰਦਾ ਸੀ ਮੈਨੂੰ ਤਾਂ ਬ੍ਰਹਮਪੁਰੀ, ਇੰਦਰਪੁਰੀ ਇਸਦੇ ਦਰਸ਼ਨ ਹੁੰਦੇ ਹਨ। ਬਾਬਾ ਜੀ ਨੇ ਉਸਦੇ ਪੈਸੇ ਦੇ ਲੋਟੇ ਨੂੰ ਪਿੱਛੇ ਰੱਖ ਕੇ ਉਸਦਾ ਪਾਖੰਡ ਤੋੜਿਆ ਸੀ ਤੇ ਉਹਨੂੰ ਵੀ ਫਿਰ ਆਪਣਾ ਸਿੱਖ ਬਣਾ ਲਿਆ ਸੀ। ਪੁਰੀ ਤੋਂ ਬਾਅਦ ਸਤਿਗੁਰਾਂ ਜੀ ਕੁੜਾਪੇ ਆਏ, ਜਿੱਥੇ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਦਾ ਸਥਾਨ ਵੀ ਮੌਜੂਦ ਹੈ। ਇਸ ਇਲਾਕੇ ਵਿੱਚ ਮਹਾਰਾਜ ਜੀ ਨੇ ਕੋਡੇ ਰਾਖਸ਼ਸ ਤੋਂ ਕੋਡਾ ਸੰਤ ਬਣਾਇਆ ਤੇ ਇਹਨੂੰ ਸਿੱਖੀ ਦਾ ਪ੍ਰਚਾਰ ਕਰਨ ਲਈ ਕਿਹਾ। ਫਿਰ ਸਤਿਗੁਰਾਂ ਜੀ ਨੇ ਕੁੜਾਪੇ ਤੋਂ ਰਾਮੇਸ਼ਵਰ ਦਾ ਪੂਰਾ ਸਫ਼ਰ ਤੈਅ ਕੀਤਾ। ਉਹ ਇਸ ਤਰ੍ਹਾਂ ਸੀ, ਕੁੜਾਪੇ ਤੋਂ ਪਾਲੀਪੁਰ, ਫਿਰ ਤਿਰੂਪਤੀ, ਫਿਰ ਕਾਂਜੀਵਰਮ ਪਹੁੰਚੇ। ਕਾਂਜੀਵਰਮ ਵੀ ਸਾਡੇ ਹਿੰਦੂ ਵੀਰਾਂ ਦੀ ਇੱਕ ਪੁਰੀ ਹੈ। ਉਸ ਤੋਂ ਬਾਅਦ ਪੌਂਡੀਚੇਰੀ, ਪਾਲਮਕੋਟਾ ਪਹੁੰਚੇ, ਜਿੱਥੇ ਗਣੇਸ਼ ਜੀ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ। ਫਿਰ ਮਦੁਰਾਈ ਗਏ ਅਤੇ ਉੱਥੋਂ ਰਾਮੇਸ਼ਵਰ ਪਹੁੰਚੇ, ਜਿੱਥੇ ਰਾਮਚੰਦਰ ਜੀ ਦੇ ਪੁਲ ਬਣਿਆ ਸੀ। ਫਿਰ ਇੱਥੋਂ ਮਹਾਰਾਜ ਜੀ ਸ਼੍ਰੀਲੰਕਾ ਪਹੁੰਚੇ। ਉੱਥੇ ਰਾਜੇ ਸ਼ਿਵਨਾਥ ਨੂੰ ਮਿਲੇ, ਜੋ ਗੁਰੂ ਨਾਨਕ ਸਾਹਿਬ ਜੀ ਦਾ ਬਹੁਤ ਪਰਮ ਸਿੱਖ ਬਣਿਆ। ਫਿਰ ਮਹਾਰਾਜ ਜੀ ਸ਼੍ਰੀਲੰਕਾ ਤੋਂ ਕੋਚੀਨ ਪਹੁੰਚੇ। ਉਸਦੇ ਉਪਰੰਤ ਪੰਡਰਪੁਰ ਆਏ, ਜਿੱਥੇ ਨਾਮਦੇਵ ਜੀ ਦੀ ਬਾਣੀ ਨੂੰ ਉਹਨਾਂ ਨੇ ਪ੍ਰਾਪਤ ਕੀਤਾ। ਪੰਡਰਪੁਰ ਤੋਂ ਸਤਿਗੁਰੂ ਜੀ ਬਾਰਸੀ ਪਹੁੰਚੇ, ਜਿੱਥੇ ਭਗਤ ਤਰਲੋਚਨ ਜੀ ਦੀ ਬਾਣੀ ਨੂੰ ਵੀ ਉਹਨਾਂ ਨੇ ਪ੍ਰਾਪਤ ਕੀਤਾ। ਫਿਰ ਬਾਰਸੀ ਤੋਂ ਪੂਨਾ, ਫਿਰ ਅੰਬਰਨਾਥ ਹੁੰਦੇ ਹੋਏ ਨਾਸਿਕ ਪਹੁੰਚੇ। ਨਾਸਿਕ ਤੋਂ ਔਰੰਗਾਬਾਦ, ਫਿਰ ਗੁਰਹਾਨਪੁਰ ਦੇ ਰਸਤੇ ਉਜੈਨ ਵੱਲ ਉਹਨਾਂ ਨੇ ਆਪਣਾ ਮੂੰਹ ਕੀਤਾ ਤੇ ਓਂਕਾਰ ਮੰਦਿਰ ਪਹੁੰਚੇ, ਜਿੱਥੇ ਦੱਖਣੀ ਓਂਕਾਰ ਦੀ ਬਾਣੀ ਉਹਨਾਂ ਨੇ ਉਚਾਰਨ ਕੀਤੀ। ਫਿਰ ਉਸਦੇ ਉਪਰੰਤ ਮਹਾਰਾਜ ਜੀ ਉਜੈਨ ਪਹੁੰਚੇ, ਜਿੱਥੇ ਦਾ ਰਾਜਾ ਵਿਕਰਮਜੀਤ ਸੀ। ਉਜੈਨ ਤੋਂ ਮਹਾਰਾਜ ਜੀ ਸੋਮਨਾਥ ਦੇ ਮੰਦਿਰ ਗਏ, ਫਿਰ ਬੜੌਦਾ ਪਹੁੰਚੇ, ਫਿਰ ਪਾਲੀਤਾਣੇ ਗਏ, ਜਿੱਥੇ ਜੈਨੀਆਂ ਦਾ ਇੱਕ ਬਹੁਤ ਵੱਡਾ ਮੰਦਿਰ ਹੈ। ਉੱਥੋਂ ਮਹਾਰਾਜ ਜੀ ਸੋਮਨਾਥ ਗਏ, ਫਿਰ ਜੂਨਾਗੜ੍ਹ ਦੇ ਰਾਸਤੇ ਦੁਆਰਕਾ ਆ ਗਏ। ਦੁਆਰਕਾ ਤੋਂ 1514 ਈਸਵੀ ਵਿੱਚ ਬਾਬਾ ਜੀ ਨੇ ਫਿਰ ਪੰਜਾਬ ਦੀ ਵਾਪਸੀ ਵੱਲ ਆਪਣਾ ਮੂੰਹ ਕੀਤਾ। ਦੁਆਰਕਾ ਤੋਂ ਜਹਾਜ਼ ਚੜ੍ਹ ਕੇ ਉਹ ਕੱਛ ਪਹੁੰਚੇ, ਫਿਰ ਉਦयपुर ਦੇ ਰਾਸਤੇ ਨਾਥਦੁਆਰਾ ਪਹੁੰਚੇ, ਫਿਰ चित्तौड़, अजमेर, पुष्कर तीरथ, गोकुल मथुरा, बिंदावन तो ਹੁੰਦੇ ਹੋਏ ਉਹ ਦਿੱਲੀ ਪਹੁੰਚੇ। ਦਿੱਲੀ ਤੋਂ ਫਿਰ ਕੁਰੂਕਸ਼ੇਤਰ, ਫਿਰ ਜਿੰਦ ਤੇ ਫਿਰ ਸਿਰਸਾ ਪਹੁੰਚੇ। ਕੁਝ ਦਿਨ ਸਤਿਗੁਰਾਂ ਜੀ ਨੇ ਸਿਰਸਾ ਵਿੱਚ ਵੀ ਆਪਣਾ ਨਿਵਾਸ ਕੀਤਾ ਤੇ ਉੱਥੇ ਦੇ ਲੋਕਾਂ ਨੂੰ ਵੀ, ਜੋ ਉਹ ਪੀਰਾਂ ਨੂੰ ਮੰਨਦੇ ਸਨ, ਉਸ ਤੋਂ ਉਹਨਾਂ ਨੇ ਵਰਜਿਆ ਸੀ।
ਫਿਰ ਅਕਤੂਬਰ 1515 ਵਿੱਚ ਮਹਾਰਾਜ ਦੁਬਾਰੇ ਸੁਲਤਾਨਪੁਰ ਪਹੁੰਚੇ ਸੀ। ਸੋ ਇਸ ਤਰ੍ਹਾਂ ਸਤਿਗੁਰਾਂ ਜੀ ਨੇ ਆਪਣੀ ਪਹਿਲੀ ਯਾਤਰਾ ਦਾ ਸਫ਼ਰ ਜੋ ਲਗਭਗ 6862 ਮੀਲ ਦਾ ਸੀ 3015 ਦਿਨਾਂ ਵਿੱਚ ਪੂਰਾ ਕੀਤਾ। ਗੁਰੂ ਸਾਹਿਬਾਨ ਜੀ 8.25 ਸਾਲ ਆਪਣੇ ਪਰਿਵਾਰ ਤੋਂ ਦੂਰ ਰਹੇ ਤੇ ਉਹਨਾਂ ਨੇ ਸਾਰੀ ਮਾਨਵਤਾ ਨੂੰ ਇੱਕ ਪਰਮਾਤਮਾ ਦਾ ਸਿਮਰਨ ਕਰਨ, ਨਾਮ ਜਪਣ ਅਤੇ ਸੱਚੀ ਤੇ ਸੁੱਚੀ ਕਿਰਤ ਕਰਨ ਦੀ ਉਪਦੇਸ਼ ਦਿੱਤਾ। ਚਲੋ ਅਸੀਂ ਵੀ ਸਾਰੇ ਮਿਲ ਕੇ ਉਹਨਾਂ ਦੇ ਗੁਣ ਗਾਇਨ ਕਰੀਏ। ਕਰ ਕਰ ਬਾਬਾ ਗਾਵੀਏ ਵਜਨ ਤਾਲ ਮ੍ਰਿਦੰਗ ਰਬਾਬਾ ਤੇ ਨਾਲ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ। ਸਾਧ ਸੰਗਤ ਜੀ, ਗੁਰੂ ਸਾਹਿਬਾਨ ਦੀ ਵਿਚਾਰ ਕਰਦਿਆਂ ਅਨੇਕਾਂ ਤਰ੍ਹਾਂ ਦੀ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਗੁਰੂ ਸਾਧ ਸੰਗਤ ਜੀ ਬਖਸ਼ਣਯੋਗ ਹੈ। ਅੱਗੋਂ ਸੀਸ ਬਖਸ਼ਿਸ਼ ਕਰਨੀ ਗੁਰੂ ਸਾਹਿਬ ਵੱਲੋਂ ਹੋ ਸੇਵਾ ਲੈਂਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।